फिर असीं अज असीं दसवें भाव दे विच आ चुके हैं। नौवां भाव असीं देख चुके हैं। नौवें भाव दे विच असीं ये देखिया कि न्यायियां दे विच अभिमलक आया। अभिमलक ने, मलक दा मतलब हुंदा राजा। अभी जिसने अपने आप नूं राजा बनाया, दैट्स व्हाट इट मीन्स। मलक अभी। अगर असीं जिसले असीं देखते हैं कि हिब्रू दे विच ते नाम जिहड़ा इस तरह आउंदा मलक अभी। अभी मलक जिहड़ा साडी ट्रांसलेशन राजा अभी वो आया और उसने असीं देखा है कि किस तरह उसने बहुत धोखेबाजी दे नाल अपना राज कीता। सो आओ दसवां भाव और उसकी असीं पहलियां 3 आयतां नूं देखते हैं और असीं हुण छोटे छोटे जिहड़े लोग आउणे उन्हां नूं देखते पए हां कि वो कौन सीगे। सो आओ असीं इदां करदे हां, असीं दसवां भाव उसदियां पहलियां 5 आयतां नूं पहलां देख। मैं पढ़ देना पास्टर जी। गो अहेड वीरा जी, सारा चैप्टर तुसीं पढ़ना, सो इट्स इन योर हैंड्स। कोई गो अहेड। ओके। सारिਆਂ ਨੂੰ ਜੈ ਮਸੀਹ ਦੀ। ਪਹਿਲਾਂ ਸਫਾ ਹੈਗਾ 363 ਤੋਲਾ। ਅਭੀ ਮਲਕ ਦੇ ਪਿੱਛੋਂ ਤੋਲਾ ਨੇ ਇਸਰਾਇਲੀ ਲੋਕਾਂ ਦੀ ਅਗਵਾਈ ਕੀਤੀ। ਤੋਲਾ ਦੇ ਪਿਤਾ ਦਾ ਨਾਂ ਪੂਆ ਸੀ ਜੋ ਦੋਦੋ ਦਾ ਪੋਤਰਾ ਸੀ। ਪੂਆ ਯਿਸਕਾਰ ਦੇ ਕਬੀਲੇ ਵਿੱਚੋਂ ਸੀ। ਸੋ ਪੂਆ ਇਫਰਾਇਮ ਦੇ ਪਹਾੜੀ ਇਲਾਕੇ ਦੇ ਸ਼ਮੀਰ ਨਗਰ ਵਿੱਚ ਰਹਿੰਦਾ ਸੀ। ਉਹ 23 ਸਾਲਾਂ ਤੱਕ ਇਸਰਾਇਲੀਆਂ ਦਾ ਨਿਆਂ ਪ੍ਰਬੰਧਕ ਰਿਹਾ ਅਤੇ ਉਸ ਦੇ ਮਰਨ ਤੇ ਉਸ ਨੂੰ ਸ਼ਮੀਰ ਨਿਗਰ ਵਿੱਚ ਦਫਨਾ ਦਿੱਤਾ ਗਿਆ। ਯਾਇਰ। ਤੋਲਾ ਦੇ ਪਿੱਛੋਂ ਗਿਲਾਦ ਨਿਵਾਸੀ ਯਾਇਰ ਨੇ 22 ਸਾਲਾਂ ਤੱਕ ਇਸਰਾਇਲੀ ਲੋਕਾਂ ਦੀ ਅਗਵਾਈ ਕੀਤੀ। ਯਾਇਰ ਦੇ 30 ਪੁੱਤਰ ਸਨ ਜੋ 30 ਖੋਤਿਆਂ ਦੀ ਸਵਾਰੀ ਕਰਦੇ ਸਨ। ਉਸਦੇ ਪੁੱਤਰਾਂ ਦੇ 30 ਸ਼ਹਿਰ ਜੋ ਅੱਜ ਵੀ ਯਾਇਰ ਦੇ ਸ਼ਹਿਰਾਂ ਦੇ ਨਾਂ ਨਾਲ ਪ੍ਰਸਿੱਧ ਹਨ। ਇਹ ਸ਼ਹਿਰ ਗਿਲਾਦ ਦੇ ਇਲਾਕੇ ਵਿੱਚ ਸਨ। ਯਾਇਰ ਦੇ ਮਰਨ ਪਿੱਛੋਂ ਉਸ ਨੂੰ ਕਮੋਨ ਦੀ ਥਾਂ ਉੱਤੇ ਦਫਨਾ ਦਿੱਤਾ ਗਿਆ। ਪੜ੍ਹੇ ਸੁਣੇ ਜਾਣ ਤੇ ਸ਼ੀਸ਼ ਬਰਕਤ ਮਿਲੇ। ਹੁਣ ਅਸੀਂ ਜਿੱਦਾਂ ਹੀ ਨਵਾਂ ਚੈਪਟਰ ਮੁੱਕਦਾ, ਇਹ 1159 ਸਾਲ ਆ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ। और जिदा ही ये 10वें भाव दियां 3 आयतां खत्म होंदियां, इत्थे तुसीं लिख सकदे आ इत्थे यस्सी दा जन्म होया जो दाऊद दा बाप। असीं 1156 दे विच पहुंच चुके हैं। जिदा ही असीं इन्हां आयतां दे विच आउणे आ, 5वीं आयत असीं खत्म कीती आ। 1136 तो लैके 1114 का समा। ये बहुत जरूरी है इन्हां चीज़ां नूं जानना। इस हिस्टोरिकल, ये हिस्टरी है साडी, ये साडे बजुर्ग आ। असीं इन्हां तो बगैर अगर ये सारियां चीज़ां प्रूव नहीं हुंदियां पईयां, देयर इज नो मसीहत। मसीहत कोई एवं दंद कथा नहीं हैगी कि दंद कथा जी उन्हें उत्तों पहाड़ देख दिता तो उन्हें पहाड़ चुक लिया तो पहाड़ थले सुट दिता, वो पहाड़ चुक के लिया। इदां दीयां चीज़ां नहीं हैगियां। मसीहत जिहड़ी आ वो पहाड़ां दे उत्ते लिखी गई चीज़, लिखता। और वो जगहां जिहड़ियां तुसीं जाके देख सकदे। ਜਿਹੜੀਆਂ ਚੀਜ਼ਾਂ प्रभु ने कहा कि इत्थे कुछ नहीं वस सकदा, उत्थे कख नहीं वसदा पिया अज भी। और ਜਿਹੜੀਆਂ चीज़ां प्रभु ने कहा कि मेरे लोकां दे लई आ, और मेरे लोक इत्थों दुध ते शहद दीयां नदियां दे विचों खाणगे, तां तुसीं अज इजराइल नूं जाके देखो। उत्थे जाके होटल्स नूं देखो, उत्थे जाके जिहड़ी मैं जदों भी इजराइल गया, मैं कदी भी क्रिश्चियन टूर नहीं करना। मैं जदों भी इजराइल गया ते मैं इजराइल नूं देखना।
ਉਹ ਜਦੋਂ ਅਸੀਂ ਕ੍ਰਿਸਚੀਅਨ ਟੂਰ ਦੇ ਉੱਤੇ ਜਾਂਦੇ ਹਾਂ ਐਂਡ ਵੀ ਸ਼ੁੱਡ ਗੋ ਦੈਟ ਮੇਕ 2 ਟ੍ਰਿਪਸ। ਇੱਕ ਟ੍ਰਿਪ ਜਿਹੜਾ ਉਹ ਸਿਰਫ ਉਹਨਾਂ ਜਗ੍ਹਾਵਾਂ ਨੂੰ ਦੇਖਣਾ ਜਿੱਥੇ ਸਾਡਾ ਪ੍ਰਭੂ ਯਿਸੂ ਮਸੀਹ ਜਿੱਥੋਂ ਲੰਘਿਆ, that was good। ਪਰ ਜਿਹੜਾ ਅਗਲਾ ਆ ਉਹ ਯਰੂਸ਼ਲਮ, ਉਹ ਸਾਰੇ ਦੇ ਸਾਰੇ ਇਸਰਾਇਲ ਨੂੰ ਦੇਖਣਾ ਔਰ ਫਿਰ ਦੇਖਣਾ ਕਿ ਉਹਦੇ ਆਲੇ ਦੁਆਲੇ ਦੇ ਜਿਹੜੇ ਦੇਸ਼ ਆ ਕਿੱਦਾਂ ਵਸਦੇ ਪਏ। ਇੱਕ ਪਾਸੇ ਉਜਾੜ ਆ, ਤੁਸੀਂ ਇਹ ਦੇਖ ਸਕਦੇ ਹੋ ਕਿ ਇੱਕ ਪਾਸੇ ਹਨੇਰਾ ਤੇ ਇੱਕ ਪਾਸੇ ਚਾਨਣ। ਤੁਸੀਂ ਜਰਮਨੀ, ਇੱਕ ਇਲਾਕਾ ਐਸਾ ਜਿਸੇ ਜਰਮਨ ਦੇ ਲੋਕ ਰਹਿੰਦੇ ਪਏ ਤਾਂ ਉਹ ਛੋਟਾ ਜਰਮਨੀ ਆ। ਇੱਕ ਐਸਾ ਇਲਾਕਾ ਜਿੱਥੋਂ ਅਮਰੀਕਾ ਤੋਂ ਗਏ ਯਹੂਦੀ ਵਾਸਤੇ ਪਏ, ਉਹ ਇਟ ਲੁਕਸ ਲਾਈਕ ਅਮਰੀਕਾ। ਇੱਕ ਐਸਾ ਇਲਾਕਾ ਜਿੱਥੋਂ ਇੰਗਲੈਂਡ ਦੇ ਲੋਕ ਗਏ, ਉਹ ਇਟ ਲੁਕਸ ਲਾਈਕ ਇੰਗਲੈਂਡ। ਉਹਨਾਂ ਦੇ ਹੋਟਲ ਉਦਾਂ ਦੇ ਲੱਗਦੇ ਪਏ ਆ, ਉਹਨਾਂ ਦੇ ਪਾਰਕ ਉਦਾਂ ਦੇ ਲੱਗਦੇ ਪਏ ਆ। ਇਟਸ ਅਮੇਜ਼ਿੰਗ ਟੂ ਲੁੱਕ ਐਟ। ਪ੍ਰਭੂ ਨੇ ਆਪਣੇ ਵਾਅਦੇ ਉਸੇ ਤਰ੍ਹਾਂ ਪੂਰੇ ਕੀਤੇ ਜਿੱਦਾਂ ਉਸਨੇ ਕਿਹਾ ਸੀ। ਤੇ ਸ਼ੈਮ ਦੇ ਤੰਬੂ ਦੇ ਥੱਲੇ ਯਾਫਤ ਰਹੇਗਾ ਔਰ ਯਾਫਤ ਉਹਦੀ ਬਰਕਤ ਦਾ ਕਾਰਨ ਹੋਏਗਾ। ਯਾਫਤ ਤੋਂ ਮਸੀਹਤ, ਜਿਹੜੀ ਮਸੀਹਤ, ਜਿਹੜੀ ਸ਼ੈਮ ਨੇ ਯਾਫਤ ਨੂੰ ਬਰਕਤ ਦਿੱਤੀ, ਉਹ ਹੈ ਮਸੀਹਤ। ਯਿਸੂ ਮਸੀਹ ਨੂੰ ਸਭ ਤੋਂ ਜ਼ਿਆਦਾ ਯਾਫਤ ਦੀ ਸੰਤਾਨ ਨੇ ਸਵੀਕਾਰ ਕੀਤਾ, ਸਭ ਤੋਂ ਜ਼ਿਆਦਾ। ਔਰ ਯਾਫਤ ਦੀ ਸੰਤਾਨ ਅੱਜ ਸ਼ੈਮ ਦੀ ਸੰਤਾਨ ਦੇ ਲਈ ਬਰਕਤ ਦਾ ਕਾਰਨ। ਔਰ ਇਹਨਾਂ ਚੀਜ਼ਾਂ ਨੂੰ, ਬਹੁਤੀਆਂ ਚੀਜ਼ਾਂ ਨੂੰ ਅਸੀਂ ਅੱਗੇ ਜਾ ਕੇ ਦੇਖਾਂਗੇ। ਔਰ ਹੁਣ ਅਸੀਂ ਵਚਨ ਦੇ ਉਸ ਹਿੱਸੇ ਤੱਕ ਪਹੁੰਚ ਚੁੱਕੇ ਹਾਂ। ਅਸੀਂ ਜੇਕਰ ਮੈਂ ਤੁਹਾਨੂੰ ਇੱਕ ਇੱਥੇ ਤਸਵੀਰ ਦਿਖਾਉਣੀ ਮੰਗਦਾ। ਅਗਰ ਇੱਥੇ ਅਸੀਂ ਦੇਖੀਏ, ਅਸੀਂ ਦੇਖਦੇ ਪਏ ਹਾਂ ਕਿ ਹੁਣ ਅਸੀਂ ਨਿੱਕੇ ਨਿੱਕੇ, ਜਿੱਦਾਂ ਵੀ ਹੁਣ ਅਬੀਮਲਕ ਤੋਂ ਬਾਅਦ ਤੋਲਾ ਆਇਆ ਤੇ ਸਿਰਫ ਉਹਦੇ ਲਈ 2 ਆਇਤਾਂ। ਉਸ ਤੋਂ ਬਾਅਦ ਯਾਈਰ ਆਇਆ, ਉਸ ਦੇ ਲਈ ਅਗੇਨ ਸਿਰਫ 3 ਆਇਤਾਂ। ਇਹ ਕਿੱਦਾਂ ਅਸੀਂ ਦੇਖਦੇ ਪਏ ਹਾਂ? ਅਸੀਂ ਇਹ ਸਿਰਫ ਇਹ ਦੇਖਦੇ ਪਏ ਹਾਂ ਕਿਉਂਕਿ ਜਿਹੜੇ ਇਹ ਜਿਹੜੇ ਲੋਕ ਹੋਏ ਆ, ਇਹ ਵੱਖਰੇ ਵੱਖਰੇ ਕਬੀਲਿਆਂ ਦੇ ਵਿੱਚ ਹੋਏ। ਜਿੱਦਾਂ ਅਸੀਂ ਦੇਖਿਆ ਸੀ ਕਿ ਇੱਕ ਕਬੀਲੇ ਦੇ ਉੱਤੇ ਭਾਰਾ ਸਮਾਂ ਆਉਂਦਾ ਸੀ ਤੇ ਪ੍ਰਭੂ ਉਸ ਕਬੀਲੇ ਨੂੰ ਸਜ਼ਾ ਦਿੰਦਾ ਸੀ, ਸਾਰੇ ਇਸਰਾਇਲ ਨੂੰ ਸਜ਼ਾ ਨਹੀਂ ਸੀ ਦਿੰਦਾ। ਔਰ ਉਹਦੇ ਰਾਹੀਂ ਪ੍ਰਭੂ ਦੇ ਲੋਕ ਸਿੱਖਦੇ ਸੀ ਔਰ ਫਿਰ ਉਹ ਸਿੱਖਦੇ ਸੀ ਕਿ ਅਸੀਂ ਇਹ ਕੰਮ ਨਹੀਂ ਕਰਨਾ। ਪਰ ਉਹਨਾਂ ਦੀ ਦਿੱਤੀ ਹੋਈ ਸਜ਼ਾ ਦੇ ਕਾਰਨ, ਇੱਕ ਕਬੀਲੇ ਨੂੰ ਦਿੱਤੀ ਹੋਈ ਸਜ਼ਾ ਦੇ ਕਾਰਨ ਸਾਰੇ ਦਾ ਸਾਰਾ ਇਸਰਾਇਲ ਮੁੜ ਕੇ ਪ੍ਰਭੂ ਦੇ ਰਸਤਿਆਂ ਦੇ ਉੱਤੇ ਆ ਜਾਂਦਾ ਸੀ। ਸੋ ਅਸੀਂ ਆ ਦੇਖਦੇ ਪਏ ਕਿ ਪਹਿਲਾ ਅਥਾਨੀਅਲ ਹੋਇਆ, ਫਿਰ ਇਹੂਦ ਹੋਇਆ, ਫਿਰ ਦਬੋਰਾ ਹੋਈ। ਇੱਥੇ ਦਬੋਰਾ ਆਪਣੇ ਕਬੀਲੇ ਦੇ ਵਿੱਚ ਹੋਈ ਆ, ਪਰ ਉਹਦੇ ਥੱਲੇ ਜਿਹੜਾ ਅਸੀਂ ਇਹ ਦੇਖਦੇ ਪਏ ਕਿ ਦੂਸਰਿਆਂ ਕਬੀਲਿਆਂ ਦੇ ਵਿੱਚ ਗਦਾਉਨ ਹੋ ਰਿਹਾ, ਅਬੀਮਲਕ ਹੋ ਰਿਹਾ ਔਰ ਤੋਲਾ ਹੋ ਰਿਹਾ। ਔਰ ਯਫਤਾ ਅਸੀਂ ਦੇਖਦੇ ਪਏ, ਯਫਤਾ ਉਸੇ ਸਮੇਂ ਦੇ ਵਿੱਚ ਯਫਤਾ ਹੋ ਰਿਹਾ। ਪਰ ਉਸੇ ਹੀ ਸਮੇਂ ਦੇ ਵਿੱਚ ਅਸੀਂ ਐਲੋਨ ਨੂੰ ਦੇਖਦੇ ਪਏ ਹਾਂ, ਇਬਾਜ਼ ਨੂੰ ਦੇਖਦੇ ਪਏ ਹਾਂ, ਉਹਨਾਂ ਲੋਕਾਂ ਨੂੰ ਦੇਖਦੇ ਪਏ ਹਾਂ। ਸੈਮਸਨ ਨੂੰ ਵੀ ਉਸੇ ਸਮੇਂ ਦੇ ਵਿੱਚ ਦੇਖਦੇ ਪਏ, ਜਿਹੜਾ 13ਵੇਂ ਚੈਪਟਰ ਦੇ ਵਿੱਚ ਸਾਨੂੰ ਜਾ ਕੇ ਜਿਸ ਨੇ ਮਿਲਣਾ। ਔਰ ਏਲਾਈ ਨੂੰ ਵੀ, ਜਿਹਦੇ ਘਰ ਦੇ ਜਿਹਨੂੰ ਪ੍ਰਭੂ ਨੇ ਬਹੁਤ ਵੱਡੀ ਬਰਕਤ ਦਿੱਤੀ ਸੀ। ਏਲਾਈ ਨੂੰ ਪ੍ਰਭੂ ਨੇ ਉਸ ਨੂੰ ਇੱਕ ਆਪਣਾ ਜੱਜ ਵੀ ਬਣਾਇਆ ਸੀ, ਇੱਕ ਆਪਣਾ ਨਿਆਂਈ ਵੀ ਬਣਾਇਆ ਸੀ, ਪਰ ਉਸ ਦੇ ਨਾਲ ਨਾਲ ਉਸਨੂੰ ਹਾਈ ਪ੍ਰੀਸਟ ਵੀ ਬਣਾਇਆ ਸੀ। ਸੋ ਅਗਰ ਅਸੀਂ ਟਾਈਮ ਲਾਈਨ ਨੂੰ ਦੇਖੀਏ ਤਾਂ ਇਸ ਟਾਈਮ ਲਾਈਨ ਦੇ ਥੱਲੇ ਸਾਰੇ ਆ ਰਹੇ ਆ। ਔਰ ਇਸ ਕਰਕੇ ਅਸੀਂ ਇਹ ਦੇਖਦੇ ਪਏ ਹਾਂ, ਅਸੀਂ ਜਿਸ ਵੇਲੇ ਅਸੀਂ ਪੜ੍ਹਦੇ ਸੀ ਇਹ ਸੋਚਦੇ ਕਿ ਸਾਰੇ ਦਾ ਸਾਰਾ ਇਸਰਾਇਲ। ਨੋ, ਸਾਰੇ ਦਾ ਸਾਰਾ ਇਸਰਾਇਲ ਨਹੀਂ, ਸਾਰੇ ਦਾ ਸਾਰਾ ਇਸਰਾਇਲ ਨਹੀਂ। ਇਸਰਾਇਲ ਦਾ ਇੱਕ ਹਿੱਸੇ ਦੇ ਉੱਤੇ ਪ੍ਰਭੂ ਉਹਨਾਂ ਨੂੰ ਸਜ਼ਾ ਦੇ ਰਿਹਾ, ਇੱਕ ਹਿੱਸੇ ਦੇ ਉੱਤੇ, ਪਰ ਬਾਕੀ ਦੇ 12 ਕਬੀਲਿਆਂ ਨੂੰ ਉਹਨਾਂ ਦੇ ਰਾਹੀਂ ਸਿਖਾ ਰਿਹਾ।
ਉਹਨਾਂ ਨੂੰ ਸਿਖਾ ਰਿਹਾ। ਇੱਥੇ ਅਸੀਂ ਦੇਖਦੇ ਹਾਂ ਗਿਬਿਓਨ ਦਾ ਕਬੀਲਾ, ਅਬੀਮਲਕ ਦਾ ਕਬੀਲਾ, ਤੋਲਾ, ਜੇਰ, ਆ ਸਾਰੇ ਜਿਹੜੇ ਲੋਕ ਇੱਥੇ ਆ ਰਹੇ ਆ। ਪਰ ਇਹ ਉਧਰੋਂ ਜਿਹੜੇ ਵੱਡੇ ਉਥਾਨੀਅਲ ਵੱਡਾ ਸੀ, ਇਹੂਦ ਵੱਡਾ ਸੀ, ਦਬੋਰਾ ਵੱਡੀ ਸੀ, ਗਿਦਿਆਉਨ ਵੱਡਾ ਸੀ। ਔਰ ਉਸ ਦੇ ਨਾਲ ਅਸੀਂ ਇਹ ਦੇਖਦੇ ਕਿ ਜਾਫਤ ਜਿਹੜਾ ਸੀ ਉਹ ਵੀ ਵੱਡਾ ਸੀ। ਇਹ ਵੱਡੇ ਜੱਜ ਪ੍ਰਭੂ, ਨਿਆਈ ਪ੍ਰਭੂ ਨੇ ਉਹਨਾਂ ਨੂੰ ਕੱਲੇ, ਲੇਕਿਨ ਪ੍ਰਭੂ ਆਪਣਿਆਂ ਲੋਕਾਂ ਨੂੰ ਇਸ ਦੇ ਰਾਹੀਂ ਬਚਾ ਰਿਹਾ। ਇਹ ਚੀਜ਼ਾਂ ਮੈਂ ਤੁਹਾਨੂੰ ਦਿਖਾਉਣੀਆਂ ਮੰਗਦਾ। ਇਹ ਚੀਜ਼ਾਂ ਇਸ ਤਰ੍ਹਾਂ ਨਹੀਂ ਹੋਈਆਂ ਹੈਗੀਆਂ ਉਸ ਤੋਂ ਬਾਅਦ ਆ ਆਇਆ, ਉਸ ਤੋਂ ਬਾਅਦ ਆ ਆਇਆ। ਸਾਈਮਲਟੇਨੀਅਸਲੀ ਕਈ ਇਹਨਾਂ ਦੇ ਵਿੱਚ ਆਏ ਆ। ਸੋ ਹੁਣ ਅਸੀਂ ਯਫਤਾ ਦੀ ਕਹਾਣੀ ਬਹੁਤ ਲੰਬੀ ਆ। ਸੋ ਹੁਣ ਅਸੀਂ ਯਫਤਾ ਤੱਕ ਪਹੁੰਚ ਚੁੱਕੇ ਹਾਂ। ਸੋ ਆਓ ਅਸੀਂ ਇਸ 6 ਤੋਂ ਲੈ ਕੇ 18 ਆਇਤਾਂ। ਗੋ ਹੈਡ ਬ੍ਰਦਰ ਜੀ। ਹਾਂਜੀ, ਯਫਤਾ ਇਸਰਾਇਲੀ ਲੋਕਾਂ ਨੇ ਫਿਰ ਪ੍ਰਭੂ ਦੀ ਉਪਾਸਨਾ ਤਿਆਗ ਕੇ ਬੁਆਲਾਂ ਅਤੇ ਅਸਤਾਰੋਥਾਂ ਦੇਵਤਿਆਂ ਦੀ ਪੂਜਾ ਕੀਤੀ। ਉਹ ਅਰਾਮੀ ਸੈਦਾਂ, ਮੁਆਬੀ, ਅਮੋਨੀ ਅਤੇ ਫਲਸਤੀ ਦੇਵਤਿਆਂ ਦੀ ਪੂਜਾ ਕਰਨ ਲੱਗੇ ਸਨ। ਸੋ ਪ੍ਰਭੂ ਦਾ ਕ੍ਰੋਧ ਉਹਨਾਂ ਉੱਤੇ ਫਿਰ ਭੜਕਿਆ ਅਤੇ ਉਸਨੇ ਇਸਰਾਏਲੀਆਂ ਨੂੰ ਫਲਸਤੀ ਅਤੇ ਅਮੋਨੀ ਲੋਕਾਂ ਦੇ ਹੱਥੀਂ ਸੌਂਪ ਦਿੱਤਾ। ਤਦ ਉਹਨਾਂ ਨੇ ਸਭ ਇਸਰਾਏਲੀਆਂ ਨੂੰ ਜੋ ਜਰਦਨ ਦਰਿਆ ਦੇ ਪਾਰ ਅਮੋਨੀ ਦੇਸ਼ ਵਿੱਚ ਗਿਲਾਦ ਦੇ ਇਲਾਕੇ ਵਿੱਚ ਰਹਿੰਦੇ ਸਨ 18 ਸਾਲਾਂ ਤੱਕ ਖੂਬ ਤੰਗ ਕੀਤਾ। ਅਮੋਨੀ ਲੋਕਾਂ ਨੇ ਜਰਦਨ ਦੇ ਪਾਰ ਜਾ ਕੇ ਯਹੂਦਾ, ਬਿੰਜਾਮੀਨ ਅਤੇ ਇਫਰਾਇਮ ਦੇ ਕਬੀਲਿਆਂ ਨਾਲ ਵੀ ਲੜਾਈ ਕੀਤੀ। ਇਹ ਸਭ ਤੋਂ ਇਸਰਾਏਲੀ ਬਹੁਤ ਦੁਖੀ ਹੋਏ। ਤਦ ਇਸਰਾਏਲੀ ਲੋਕਾਂ ਨੇ ਪ੍ਰਭੂ ਅੱਗੇ ਦੁਹਾਈ ਦਿੱਤੀ ਅਤੇ ਕਿਹਾ, ਅਸੀਂ ਤੇਰੇ ਵਿਰੁੱਧ ਪਾਪ ਕੀਤਾ ਹੈ। ਅਸੀਂ ਬਾਲ ਦੇਵਤਿਆਂ ਦੀ ਪੂਜਾ ਕਰਕੇ ਵਿਸ਼ਵਾਸਘਾਤ ਕੀਤਾ ਹੈ। ਪ੍ਰਭੂ ਨੇ ਇਸਰਾਏਲੀਆਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਤੁਹਾਡੇ ਸਭ ਇਹਨਾਂ ਤੰਗ ਕਰਨ ਵਾਲਿਆਂ ਤੋਂ ਤੁਹਾਡੀ ਦੁਹਾਈ ਦੇਣ ਤੇ ਛੁਡਾਇਆ ਸੀ। ਮਿਸਰੀ, ਅਮੋਰੀ, ਅਮੋਨੀ, ਫਲਸਤੀ, ਸਿਦੋਨੀ, ਅਮਾਲੋਕੀ ਅਤੇ ਮੌਨੀ। ਪਰ ਤੁਸੀਂ ਇਹ ਸਭ ਹੋਣ ਤੇ ਵੀ ਮੇਰੇ ਵਿਰੁੱਧ ਪਾਪ ਕੀਤਾ ਅਤੇ ਦੂਜੇ ਦੇਵਤਿਆਂ ਦੇ ਪਿੱਛੇ ਲੱਗ ਤੁਰੇ। ਇਸ ਲਈ ਹੁਣ ਮੈਂ ਤੁਹਾਡਾ ਬਚਾਅ ਨਹੀਂ ਕਰਾਂਗਾ। ਸੋ ਤੁਸੀਂ ਜਾ ਕੇ ਉਹਨਾਂ ਦੇਵਤਿਆਂ ਅੱਗੇ ਦੁਹਾਈ ਦੇਵੋ ਜਿਨ੍ਹਾਂ ਦੇ ਪਿੱਛੇ ਤੁਸੀਂ ਲੱਗ ਤੁਰੇ ਹੋ, ਉਹੀ ਤੁਹਾਡਾ ਬਚਾਅ ਕਰਨਗੇ। ਪਰ ਇਸਰਾਏਲੀ ਲੋਕਾਂ ਨੇ ਪ੍ਰਭੂ ਨੂੰ ਕਿਹਾ, ਤੂੰ ਜੋ ਵੀ ਕਰਨਾ ਚਾਹੇ ਸਾਡੇ ਨਾਲ ਕਰ, ਕਿਉਂਕਿ ਅਸੀਂ ਤੇਰੇ ਵਿਰੁੱਧ ਪਾਪ ਕੀਤਾ ਹੈ, ਪਰ ਤੂੰ ਸਾਡਾ ਅੱਜ ਬਚਾਅ ਕਰ। ਸੋ ਇਸਰਾਏਲੀਆਂ ਨੇ ਆਪਣੇ ਵਿੱਚੋਂ ਸਭ ਪਰਾਏ ਦੇਵਤਿਆਂ ਨੂੰ ਕੱਢ ਕੇ ਪ੍ਰਭੂ ਦੀ ਉਪਾਸਨਾ ਕੀਤੀ। ਤਦ ਉਹਨਾਂ ਦੇ ਦੁੱਖਾਂ ਨੂੰ ਦੇਖ ਕੇ ਪ੍ਰਭੂ ਦਾ ਮਨ ਭਾਰੀ ਹੋਇਆ। ਤਦ ਅਮੋਨੀ ਲੋਕ ਇਸਰਾਏਲੀਆਂ ਨਾਲ ਲੜਨ ਲਈ ਫਿਰ ਨਿਕਲੇ। ਉਹਨਾਂ ਗਿਲਾਦ ਵਿੱਚ ਆ ਕੇ ਆਪਣੇ ਤੰਬੂ ਗੱਡੇ। ਇਸਰਾਏਲੀ ਲੋਕਾਂ ਨੇ ਵੀ ਇਕੱਠੇ ਹੋ ਕੇ ਮਿਸਫਾ ਦੀ ਥਾਂ ਤੇ ਆ ਕੇ ਆਪਣੇ ਤੰਬੂ ਖੜੇ ਕੀਤੇ। ਇਸ ਸਮੇਂ ਇਸਰਾਏਲੀ ਲੋਕਾਂ ਅਤੇ ਆਗੂਆਂ ਨੇ ਆਪੋ ਵਿੱਚ ਕਿਹਾ, ਕੌਣ ਅਮੋਨੀਆਂ ਦੇ ਵਿਰੁੱਧ ਲੜਨ ਵਾਲਾ ਗਿਲਾਦ ਇਲਾਕੇ ਦਾ ਸਰਦਾਰ ਹੋਵੇਗਾ। ਬੜੇ ਸੁਣੇ ਜਾਣ ਤੇ ਸ਼ੀਸ਼ ਬਰਕਤ ਮਿਲੇ ਸਾਰੇ। ਸੋ ਹੁਣ ਮੁਸੀਬਤ ਇੱਥੇ ਤੱਕ ਪਹੁੰਚ ਚੁੱਕੀ ਹੈ ਕਿ ਪ੍ਰਭੂ ਨੇ ਉਹਨਾਂ ਨੂੰ ਦੱਸਿਆ ਕਿ ਮੈਂ ਕੀ ਕੀਤਾ। ਪਾਪ ਪਤਾ ਕੀ ਆ? ਪਾਪ ਇਹ ਆ ਕਿ ਜਿਸਨੇ ਸਭ ਕੁਝ ਬਣਾਇਆ, ਜਿਸਨੇ ਇਨਸਾਨ ਦੀ ਰਚਨਾ ਕੀਤੀ, ਉਹ ਲੋਕ ਰਚਨਾ ਦੀ ਪੂਜਾ ਕਰਦੇ ਪਏ। ਔਰ ਰਚਨਾ ਤੋਂ ਵੀ ਘੱਟ ਉਹ ਲੱਕੜੀ ਦੇ ਬਣਾਏ ਹੋਏ ਦੇਵਤੇ, ਪੱਥਰ ਦੇ ਘੜੇ ਹੋਏ ਦੇਵਤੇ ਔਰ ਮਿੱਟੀ ਦੇ ਬਣਾਏ ਹੋਏ ਦੇਵਤੇ ਔਰ ਨਾ ਜਾਣੇ ਕੀ ਜੋ ਪ੍ਰਭੂ ਦੀ ਰਚਨਾ ਦੀ ਪੂਜਾ ਕਰ ਰਹੇ ਆ, ਪਰ ਰਚਨਾ ਕਰਨ ਵਾਲੇ ਦੀ ਪੂਜਾ ਨਹੀਂ ਕਰ ਰਹੇ। ਲੈਟ ਮੀ ਸੇ ਇਟ ਅਗੇਨ, ਉਹ ਪ੍ਰਭੂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਪੂਜਾ ਕਰ ਰਹੇ। ਸੋ ਪ੍ਰਭੂ ਨੂੰ ਘਸੀਟ ਕੇ ਥੱਲੇ ਇੱਥੇ ਤੱਕ ਲੈ ਕੇ ਆ ਰਹੇ ਆ ਕਿ ਤੂੰ ਇਸ ਪੱਥਰ ਦੇ ਬਰਾਬਰ,
ਜਿਉਂਦੇ ਪ੍ਰਭੂ ਨੂੰ ਕਹਿ ਰਹੇ ਕਿ ਤੂੰ ਇਸ ਪੱਥਰ ਦੇ ਬਰਾਬਰ। ਔਰ ਉਹਦੇ ਵਿੱਚ ਉਹ ਗੰਦੀ ਆਤਮਾ ਜੋ ਸ਼ੈਤਾਨ ਨੇ ਥੱਲੇ ਸੁੱਟੀ ਹੋਆ, ਉਹ ਕਿਸੇ ਦਾ ਚੰਗਾ ਕਰ ਦਿੰਦਾ ਤੇ ਕਿਸੇ ਦਾ ਬੁਰਾ ਕਰ ਦਿੰਦਾ ਤੇ ਲੋਕ ਉਹਦੇ ਤੋਂ ਖੁਸ਼ ਹੁੰਦੇ। ਉਹ ਕਿਉਂਕਿ ਉਹ ਕੁਇਕ ਕਰਦਾ ਪਿਆ। ਉਹ ਟਾਈਨੋਲ ਦੀ ਗੋਲੀ ਆ ਜਿਹੜੀ ਫਟਾਫਟ ਕੰਮ ਕਰਦੀ ਪਈ। ਇੱਕ ਦਾ ਸਿਰ ਹਟ ਜਾਂਦਾ, ਦੂਜੇ ਦਾ ਲਿਵਰ ਨੂੰ ਖਰਾਬ ਕਰ ਦਿੰਦੀ ਆ। ਉਹ ਫਟਾਫਟ ਕੰਮ ਕਰਦਾ ਪਿਆ। ਸੋ ਪ੍ਰਭੂ ਉਹਨਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਰਚਨਹਾਰੇ ਨੂੰ ਛੱਡ ਕੇ ਰਚਨਾ ਦੀ ਪੂਜਾ ਕਰਦੇ ਪਏ। ਸੋ ਹੁਣ ਤੁਸੀਂ ਰਚਨਾ ਦੀ ਪੂਜਾ ਕਰੋ, ਦੇਖੋ ਤੁਹਾਨੂੰ ਉੱਥੇ ਮਿਲਦਾ ਕੀ ਹੈ। ਔਰ ਲੋਕਾਂ ਨੇ ਇਹ ਦੇਖ ਲਿਆ ਕਿ ਰਚਨਾ ਦੀ ਪੂਜਾ ਕਰਕੇ ਸਾਨੂੰ ਕੁਝ ਨਹੀਂ ਮਿਲਦਾ, ਚਾਹੇ ਉਹ ਪਿੱਪਲ ਦੀ ਪੂਜਾ ਤੇ ਚਾਹੇ ਉਹ ਅਸੇਰਥ ਦੇਵੀ ਦੇ ਥੰਮਾਂ ਦੀ ਪੂਜਾ, ਚਾਹੇ ਉਹ ਨੇਟਿਵ ਇੰਡੀਅਨਸ ਦੇ ਵਿੱਚ ਟੋਟਮ ਦੀ ਪੂਜਾ, ਚਾਹੇ ਉਹ ਹਿੰਦੁਸਤਾਨ ਦੇ ਵਿੱਚ ਰਕਸ਼ਾ ਥੰਮ ਜਿਹੜੇ ਗੱਡੇ ਜਾਂਦੇ ਉਹਨਾਂ ਦੀ ਪੂਜਾ, ਤੇ ਚਾਹੇ ਪਿੱਪਲ ਦੀ ਪੂਜਾ, ਇਹ ਸਭ ਰਚਨਾ ਹੈ। ਜਦ ਅਸੀਂ ਰਚਨਾ ਦੀ ਪੂਜਾ ਕਰਦੇ ਹਾਂ ਤਾਂ ਰਚਨਹਾਰੇ ਦੀ ਅਸੀਂ ਬੇਇੱਜ਼ਤੀ ਕਰਦੇ। ਔਰ ਰਚਨਹਾਰੇ ਦੀ ਬੇਇੱਜ਼ਤੀ ਹੋਣ ਤੋਂ ਬਾਅਦ ਵੀ ਜੋ ਇੰਨਾ ਮਹਾਨ ਆ ਕਿ ਇਸ ਧਰਤੀ ਤੇ ਅਸੀਂ ਦੇਖੀਏ, ਅਗਰ ਅਸੀਂ ਸਾਰੇ ਬ੍ਰਹਿਮੰਡ ਨੂੰ ਦੇਖੀਏ ਤਾਂ ਜਿਹੜੀ ਧਰਤੀ ਆ ਇੱਕ ਨੀਲੇ ਰੰਗ ਦਾ ਸੂਈ ਦੇ ਨੱਕੇ ਜਿੰਨਾ ਹਿੱਸਾ ਹੈ, ਇੰਨਾ ਕੁ ਡ੍ਰੌਪ ਆ। ਸੂਈ ਦੇ ਨੱਕੇ ਜਿੰਨਾ ਇੱਕ ਡ੍ਰੌਪ ਆ ਸਾਰੇ ਬ੍ਰਹਿਮੰਡ ਨੂੰ ਅਗਰ ਪਿੱਛੇ ਹੋ ਕੇ ਦੇਖੇ, ਜਿਹਦੇ ਉੱਤੇ ਜੀਵਨ ਆ। ਬਾਕੀ ਦੀਆਂ ਧਰਤੀਆਂ ਤੇ ਕੁਛ ਨਹੀਂ ਹੈਗਾ। ਉਹ ਸਾਰੀਆਂ ਦੀਆਂ ਸਾਰੀਆਂ ਧਰਤੀਆਂ ਇਸ ਕਰਕੇ ਘੁੰਮਦੀਆਂ ਪਈਆਂ ਇਹਨੂੰ ਬੈਲੈਂਸ ਰੱਖਣ ਦੇ ਲਈ, ਤਾਂ ਕਿ ਇਹਦੇ ਉੱਤੇ 4 ਮੌਸਮ ਆਉਣ। ਇਹਦੇ ਉੱਤੇ ਇੱਕ ਪਾਸੇ ਬਰਫ਼ ਰਹੇ, ਦੂਸਰੇ ਪਾਸੇ ਗਰਮੀ ਰਹੇ। ਇਸ ਧਰਤੀ ਦੇ ਉੱਤੇ ਇਹਦੇ ਆਪਣੇ ਜੀਵਨ ਦੇ ਲਈ ਅੰਦਰੋਂ ਅੱਗ ਦਾ ਗੋਲਾ ਆ, ਉਤਲੀ ਸਤਹ ਤੇ ਉੱਤੇ ਧਰਤੀ ਆ, ਔਰ ਧਰਤੀ ਤੇ ਪਾਣੀ ਦਾ ਇੱਕ ਬੈਲੈਂਸ ਆ। ਉਹ ਬੈਲੈਂਸ ਇਸ ਤਰ੍ਹਾਂ ਦਾ ਜਿਹੜਾ ਮੇਰੇ ਸਰੀਰ ਦੇ ਵਿੱਚ ਵੀ 25% ਤੇ 75% ਬੈਲੈਂਸ ਆ। ਇਸੇ ਤਰ੍ਹਾਂ ਧਰਤੀ ਦਾ ਬੈਲੈਂਸ 25% ਤੇ 75% ਪਾਣੀ ਹੈ, 25% ਧਰਤੀ ਹੈ। ਉਹ ਬੈਲੈਂਸ, ਔਰ ਉਹ ਜਿਹੜੀ ਸਾਡੀ ਧਰਤੀ ਘੁੰਮਦੀ ਆ, ਚੰਦਰਮਾ ਨਹੀਂ ਘੁੰਮਦਾ, ਸੂਰਜ ਨਹੀਂ ਘੁੰਮਦਾ, ਸਿਰਫ ਇਹ ਧਰਤੀ ਘੁੰਮਦੀ ਆ ਆਪਣੇ ਐਕਸਿਸ ਦੇ ਉੱਤੇ ਘੁੰਮਦੀ। ਇੱਕ ਐਸੀ ਵੀ ਚੇਂਜ ਆਉਂਦੀ ਹੈ ਜਿਹੜੀ 5000 ਸਾਲ ਦੇ ਵਿੱਚ ਸਿਰਫ ਇੱਕ ਵਾਰੀ ਆਉਂਦੀ ਹੈ। 5000 ਸਾਲ ਦੇ ਵਿੱਚ ਇੱਕ ਵਾਰੀ, ਜਿਹਦੇ ਵਿੱਚ ਦੀ ਅਸੀਂ ਲੰਘਦੇ ਪਏ ਹਾਂ। ਇਸ ਨੂੰ ਕਹਿੰਦੇ ਗਲੋਬਲ ਵਾਰਮਿੰਗ। ਇਹ ਜਿੰਨੇ ਵੀ ਸਾਨੂੰ ਟੈਕਸ ਲਾਏ ਜਾ ਰਹੇ ਹਨ, ਇਹ ਸਭ ਨਖੇਧਾਈ, ਕੁਛ ਨਹੀਂ ਕਰ ਸਕਦੇ ਉਹਦੇ ਲਈ, ਕਿਉਂਕਿ ਧਰਤੀ ਇੱਕ ਐਸੇ ਚੱਕਰ ਦੇ ਵਿੱਚ ਦੀ ਘੁੰਮਦੀ ਪਈ ਆ ਕਿ ਉਸ ਚੱਕਰ ਦੇ ਵਿੱਚ ਪ੍ਰਾਈਮ ਦੇ ਵਿੱਚ ਆਈ ਹੋਆ, ਜਿੱਥੇ ਵੱਖ-ਵੱਖ ਹਿੱਸਿਆਂ ਨੂੰ ਪ੍ਰਭੂ ਉਹਨਾਂ ਨੂੰ ਨਵਾਂਪਨ ਦੇ ਰਿਹਾ ਆਪਣੀ ਅੱਗ ਦੇ ਨਾਲ।
बहुत सारिया चीज़ों ਨੂੰ ਉਹ ਸਾੜ ਰਿਹਾ। और फिर ਉਹੀ ਐਕਸੈਸ ਜਿਸਲੇ ਘੁੰਮਦਾ ਹੈਗਾ ਤੇ ਉਹ ਫ੍ਰੀਜ਼ਿੰਗ ਦੇ ਉੱਤੇ ਆਉਂਦਾ। ਜਿਨ੍ਹਾਂ ਦੇਸ਼ਾਂ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਹਨਾਂ ਸਮਿਆਂ ਦੇ ਵਿੱਚ ਜਿਸਲੇ ਉਹ ਐਕਸੈਸ ਘੁੰਮ ਕੇ ਆਉਣਾ ਤੇ ਉੱਥੇ ਸਾਰਾ ਸਾਲ ਫ੍ਰੀਜ਼ਿੰਗ ਹੋਣੀ। ਅਸੀਂ ਹੁਣ ਉਸ ਸਮੇਂ ਦੇ ਵਿੱਚ ਵੀ ਜਾਣਾ ਜਿੱਥੇ ਇੱਥੇ ਬੇਸਿਕਲੀ ਨੋ ਸਨੋ। ਅਸੀਂ ਉਹਨਾਂ ਸਾਲਾਂ ਦੇ ਵਿੱਚ ਵੀ ਲੰਘ ਚੁੱਕੇ ਹਾਂ BC ਦੇ ਵਿੱਚ ਜਦੋਂ ਕੋਈ ਸਨੋ ਪਈ ਨਹੀਂ। ਔਰ ਇਹ ਕਦੀ ਉਸਨੂੰ ਗਲੋਬਲ ਵਾਰਮਿੰਗ ਕਦੀ ਕੁਛ ਕਰਕੇ ਵੇਚਦੇ ਪਏ ਔਰ ਖਾਂਦੇ ਪਏ। ਤੇ ਇਹ ਚੀਜ਼ਾਂ ਸਾਰੀਆਂ ਦੀਆਂ ਸਾਰੀਆਂ ਪ੍ਰਭੂ ਨੇ ਆਪਣੀ ਉਮਤ ਦੇ ਲਈ ਰੱਖੀਆਂ ਹੈ। ਉਸਨੂੰ ਪਤਾ ਉਹ ਕੀ ਕਰਦਾ ਪਿਆ, ਉਸਨੂੰ ਪੂਰਾ ਪਤਾ ਉਹ ਕੀ ਕਰਦਾ। ਸਾਨੂੰ ਮੂਰਖ ਬਣਾਇਆ ਜਾ ਰਿਹਾ ਐਂਡ ਇਟ ਇਜ਼ ਫਾਈਨ, ਕਿਉਂਕਿ ਜਿਹਨੇ ਜੱਜ ਕਰਨਾ ਉਹ ਬੈਠਾ ਆ, ਉਹ ਬੈਠਾ ਹੈ। ਜਿੱਦਾਂ ਇੱਥੇ ਜੱਜਮੈਂਟ ਹੋ ਰਹੀ ਹੈ ਲੋਕਾਂ ਦੀ, ਔਰ ਇੱਕ ਛੋਟਾ ਜਿਹਾ ਹਿੱਸਾ ਜਿੱਥੇ ਜੱਜਮੈਂਟ ਹੋ ਰਹੀ ਹੈ, ਵੱਡੀ ਜੱਜਮੈਂਟ ਆ ਰਹੀ ਹੈ। ਜਿਸ ਲਈ ਅਸੀਂ ਨਿਆਂਇਆਂ ਦੀ ਪੁਸਤਕ ਦੇਖਦੇ ਪਏ ਹਾਂ ਤੇ ਸਾਰੀ ਦੀ ਸਾਰੀ ਜੱਜਮੈਂਟ ਇੱਕ ਕੌਮ ਦੀ, ਇੱਕ ਛੋਟੀ ਜੀ ਕੌਮ ਆ ਜਿਸ ਨੂੰ ਇਸਰਾਇਲ ਕਿਹਾ ਜਾਂਦਾ, ਉਹਨਾਂ ਤੇ ਜੱਜਮੈਂਟ ਆ ਰਹੀ। ਔਰ ਇਹ ਸਾਨੂੰ ਸਿਖਾਉਣ ਦੇ ਲਈ ਆ ਕਿ ਇੱਕ ਦੁਨੀਆ ਦੇ ਉੱਤੇ ਵੀ ਸਾਰੀ ਦੁਨੀਆ ਤੇ ਇੱਕ ਜੱਜਮੈਂਟ ਆ ਰਹੀ ਹੈ। ਔਰ ਪਰ ਸਾਰੀ ਦੁਨੀਆ ਤੇ ਇੱਕ ਬਰਕਤ ਵੀ ਆ ਰਹੀ ਹੈ, ਔਰ ਉਹ ਬਰਕਤ ਹੈ ਯਿਸੂ ਮਸੀਹ, ਜਿਸ ਦੇ ਰਾਹੀਂ ਅਸੀਂ ਬਚਾਏ ਜਾਣਾ, ਜਿਸ ਦੇ ਰਾਹੀਂ ਅਸੀਂ ਬਚਾਏ ਜਾਣਾ। ਇਸੇ ਤਰ੍ਹਾਂ ਕਿ ਇਹ ਲੋਕ ਜੇ ਰਚਨਹਾਰੇ ਦੇ ਕੋਲ ਜਾਂਦੇ ਆ, ਜੋ ਜਿਉਂਦਾ, ਜੋ ਬੋਲਦਾ, ਜੋ ਸੁਣਦਾ, ਜੋ ਕਰਦਾ ਆ, ਤੇ ਜਾਂ ਇਹ ਪਿੱਪਲ ਦੇ ਦਰਖਤ ਦੇ ਮੂਹਰੇ ਆਪਣਾ ਮੱਥਾ ਮਾਰਦੇ ਪਏ, ਜੋ ਕੁਛ ਨਹੀਂ ਸੁਣਦਾ ਪਿਆ, ਕੁਛ ਨਹੀਂ ਦੇਖਦਾ ਪਿਆ, ਜੋ ਆਪਣੇ ਰਚਨਹਾਰੇ ਦੀ ਆਗਿਆ ਮੰਨਦਾ ਪਿਆ, ਉਹਦੇ ਪੱਤੇ ਠੀਕ ਸਮੇਂ ਤੇ ਡਿੱਗਦੇ ਆ ਔਰ ਠੀਕ ਸਮੇਂ ਤੇ ਮੁੜ ਕੇ ਫੇਰ ਹੁੰਦੇ ਆ। ਜੋ ਗਰਮੀ ਦੇ ਵਿੱਚ ਆਪਣੇ ਜੋ ਲੋਕਾਂ ਨੂੰ ਛਾਂ ਦੇ ਰਿਹਾ ਔਰ ਜਿਸ ਲਈ ਉਸਦੇ ਪੱਤੇ ਪੱਕ ਜਾਂਦੇ ਆ ਤਾਂ ਉਹ ਜਾਨਵਰਾਂ ਨੂੰ ਖੁਰਾਕ ਦੇ ਰਿਹਾ। ਔਰ ਉਸ ਤੋਂ ਬਾਅਦ ਜਿੱਦਾਂ ਸਰਦੀ ਆਉਂਦੀ ਹੈ ਤਾਂ ਉਸਦੇ ਪੱਤੇ ਡਿੱਗ ਜਾਂਦੇ ਆ ਔਰ ਫਿਰ ਗਰਮੀ ਦੇ ਵਿੱਚ ਨਵੇਂ ਪੱਤੇ ਆਉਂਦੇ। ਜੋ ਰਚਨਹਾਰੇ ਦੀ ਗੱਲ ਨੂੰ ਮੰਨਦਾ ਪਿਆ ਔਰ ਉਹ ਕਹਿ ਨਹੀਂ ਸਕਦਾ ਕਿ ਭਾਈ ਮੇਰੀ ਪੂਜਾ ਨਾ ਕਰੋ, ਪਰ ਲੋਕ ਉਸਦੀ ਪੂਜਾ ਕਰਦੇ। ਸੋ ਉਹ 33 ਕਰੋੜ ਦੇਵਤੇ, ਦੇਵੀ ਦੇਵਤੇ, ਸਾਨੂੰ ਵਚਨ ਦੱਸਦਾ ਕਿ 1/3 ਉਸਨੇ ਆਪਣੇ ਫਰਿਸ਼ਤੇ ਆਪਣੇ ਨਾਲ ਸੁੱਟ ਲਏ। ਸੋ ਕੋਈ ਪਿੱਪਲ ਦੇ ਵਿੱਚ ਵੜ ਕੇ ਬੈਠਾ ਹੈ, ਕੋਈ ਟੋਟਮ ਦੇ ਵਿੱਚ ਵੜ ਕੇ ਬੈਠਾ, ਟੋਟਮ ਪੋਲ ਦੇ ਵਿੱਚ ਇੱਥੇ ਵੜ ਕੇ ਬੈਠਾ ਜਿੱਥੇ ਅਸੀਂ ਬੈਠੇ, ਕੋਈ ਪਹਾੜਾਂ ਦੇ ਵਿੱਚ ਮੰਦਿਰ ਦੇਵੀ ਦੇਵਤਿਆਂ ਦੇ ਵਿੱਚ ਵੜ ਕੇ ਬੈਠਾ ਹੈ। ਡਿੱਗੇ ਹੋਏ ਫਰਿਸ਼ਤੇ ਦੇਵੀ ਦੇਵਤੇ ਬਣ ਕੇ ਇਸ ਧਰਤੀ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ, ਔਰ ਲੋਕ ਉਹਨਾਂ ਚੀਜ਼ਾਂ ਦੀ ਪੂਜਾ ਕਰ ਰਹੇ ਆ ਜੋ ਰਚਨਾ ਹੈ, ਨਾ ਕਿ ਰਚਨਾ। ਸੋ ਇੱਥੇ ਜਿਸਲੇ ਲੋਕ ਉਸਨੂੰ ਪ੍ਰਭੂ ਨੂੰ ਕਹਿ ਰਹੇ ਆ,
ਉਸਨੇ ਕਿਹਾ ਮੈਂ ਤੁਹਾਨੂੰ ਅਮੋਰੀਆਂ ਤੋਂ, ਫਰਿੱਜੀਆਂ ਤੋਂ, ਤੁਹਾਨੂੰ ਇਹਨਾਂ ਸਾਰਿਆਂ ਲੋਕਾਂ ਤੋਂ ਬਚਾਇਆ। ਜੇ ਤੁਸੀਂ ਇਹੋ ਹੀ ਕਰਨਾ ਚਾਹੋ, ਇਹੋ ਹੀ ਕਰੋ। ਲੋਕਾਂ ਨੇ ਫਾਈਨਲੀ ਆਪਣੇ ਹਥਿਆਰ ਸੁੱਟ ਕੇ ਪ੍ਰਭੂ ਨੂੰ ਕਿਹਾ ਕਿ ਜੋ ਸਾਡੇ ਨਾਲ ਹੁੰਦਾ ਹੋ ਜਾਵੇ, ਪਰ ਤੂੰ ਸਾਨੂੰ ਨਾ ਛੱਡੇ। ਪਰ ਪ੍ਰਭੂ ਨੇ ਇੱਕ ਐਸਾ ਅਜੀਬ ਕਿਸਮ ਦਾ ਇਨਸਾਨ ਨੂੰ ਉਠਾ ਲੈਣਾ ਕਿ ਅਸੀਂ ਕਹਿਣਾ ਕਿ ਵਾਓ, ਪ੍ਰਭੂ ਇਹਨੂੰ, ਇਸ ਇਨਸਾਨ ਨੂੰ ਵੀ ਉਠਾ ਸਕਦਾ, ਇਸ ਦੇ ਯੋਗ ਹੈ। ਸੋ ਆਓ ਅਸੀਂ ਹੁਣ ਅੱਜ ਅਸੀਂ 11ਵੇਂ ਭਾਵ ਦੀਆਂ ਪਹਿਲੀਆਂ 13 ਆਇਤਾਂ ਪੜਾਂਗੇ ਔਰ ਉਸ ਤੋਂ ਬਾਅਦ ਆਪਾਂ ਦੁਆ ਕਰਾਂਗੇ। ਅੱਜ ਪ੍ਰਭੂ ਯਿਫਤਾ ਨਾਂ ਦੀ ਇੱਕ ਸੂਰਬੀਰ ਆਦਮੀ ਗਿਲਿਆਦ ਵਿੱਚ ਰਹਿੰਦਾ ਸੀ। ਉਸ ਦੀ ਮਾਂ ਵੇਸਵਾ ਸੀ ਅਤੇ ਪਿਤਾ ਇੱਕ ਗਿਲਿਆਦੀ ਸੀ। ਉਸ ਦੇ ਪਿਤਾ ਦੇ ਹੋਰ ਵੀ ਪੁੱਤਰ ਸਨ ਜੋ ਉਸ ਦੀ ਪਤਨੀ ਤੋਂ ਉਸ ਦੇ ਘਰ ਜੰਮੇ ਸਨ। ਇਸ ਲਈ ਉਸ ਦੇ ਪੁੱਤਰਾਂ ਨੇ ਵੱਡੇ ਹੋ ਕੇ ਯਿਫਤਾ ਨੂੰ ਕਿਹਾ, ਤੈਨੂੰ ਸਾਡੇ ਪਿਤਾ ਦੀ ਜਾਇਦਾਦ ਦਾ ਕੋਈ ਹਿੱਸਾ ਨਹੀਂ ਮਿਲ ਸਕਦਾ, ਕਿਉਂਕਿ ਤੇਰੀ ਮਾਂ ਪਰਾਈ ਔਰਤ ਹੈ। ਸੋ ਯਿਫਤਾ ਆਪਣੇ ਭਰਾਵਾਂ ਕੋਲੋਂ ਨੱਠ ਕੇ ਤੋਬ ਦੇ ਇਲਾਕੇ ਵਿੱਚ ਰਹਿਣ ਲੱਗਾ। ਉਸਨੇ ਆਪਣੇ ਨਾਲ ਕੁਝ ਗੁੰਡੇ ਇਕੱਠੇ ਕਰ ਲਏ ਜੋ ਉਸਦੇ ਨਾਲ ਹਰ ਸਮੇਂ ਰਹਿਣ ਲੱਗੇ। ਤਦ ਅਮੋਨੀ ਲੋਕ ਇਜ਼ਰਾਈਲੀਆਂ ਨਾਲ ਲੜਾਈ ਕਰਨ ਲੱਗੇ। ਜਦੋਂ ਇਹ ਹੋਇਆ ਤਾਂ ਗਿਲਿਆਦ ਤੋਂ ਇਜ਼ਰਾਈਲੀ ਬਜ਼ੁਰਗ ਤੋਬ ਦੇਸ਼ ਤੋਂ ਯਿਫਤਾ ਨੂੰ ਵਾਪਸ ਲੈਣ ਲਈ ਗਏ। ਇਜ਼ਰਾਈਲੀ ਬਜ਼ੁਰਗਾਂ ਨੇ ਯਿਫਤਾ ਨੂੰ ਕਿਹਾ, ਤੂੰ ਆ ਕੇ ਅਮੋਨੀਆਂ ਵਿਰੁੱਧ ਅਗਵਾਈ ਕਰ ਤਾਂ ਜੋ ਅਸੀਂ ਉਹਨਾਂ ਨਾਲ ਲੜੀਏ। ਯਿਫਤਾ ਨੇ ਉਹਨਾਂ ਨੂੰ ਉੱਤਰ ਦਿੱਤਾ, ਤੁਸੀਂ ਮੈਨੂੰ ਘਿਰਣਾ ਕਰਦੇ ਹੋ, ਇਸੇ ਲਈ ਤੁਸੀਂ ਮੈਨੂੰ ਆਪਣੇ ਪਿਤਾ ਦੇ ਘਰੋਂ ਨਿਕਲਣ ਲਈ ਮਜਬੂਰ ਕੀਤਾ। ਤੁਸੀਂ ਆਪਣੇ ਦੁੱਖ ਸਮੇਂ ਮੇਰੇ ਕੋਲ ਕੀ ਲੈਣ ਆਏ ਹੋ? ਇਜ਼ਰਾਈਲੀ ਬਜ਼ੁਰਗਾਂ ਨੇ ਉਸਨੂੰ ਉੱਤਰ ਦਿੱਤਾ, ਠੀਕ ਹੈ, ਅਸੀਂ ਤੇਰੇ ਕੋਲ ਇਸੇ ਕਰਕੇ ਆਏ ਹਾਂ ਕਿ ਤੂੰ ਸਾਡਾ ਅਮੋਨੀ ਲੋਕਾਂ ਦੇ ਵਿਰੁੱਧ ਲੜਨ ਵਿੱਚ ਸਾਥ ਦੇਵੇਂ। ਸਾਰੇ ਗਿਲਿਆਦ ਨਿਵਾਸੀ ਤੇਰੇ ਪਿੱਛੇ ਚੱਲਣਗੇ। ਯਿਫਤਾ ਨੇ ਉੱਤਰ ਦਿੱਤਾ, ਤੁਸੀਂ ਮੈਨੂੰ ਆਪਣੇ ਨਾਲ ਵਾਪਸ ਲੈ ਜਾਣਾ ਚਾਹੁੰਦੇ ਹੋ ਤਾਂ ਯਾਦ ਰੱਖੋ, ਜੇਕਰ ਪ੍ਰਭੂ ਨੇ ਅਮੋਨੀਆਂ ਦੇ ਵਿਰੁੱਧ ਸਾਨੂੰ ਜਿੱਤ ਦਿੱਤੀ ਤਾਂ ਮੈਂ ਤੁਹਾਡਾ ਨਿਆਂ ਪ੍ਰਬੰਧਕ ਹੋਵਾਂਗਾ। ਇਜ਼ਰਾਈਲੀ ਬਜ਼ੁਰਗਾਂ ਨੇ ਉੱਤਰ ਦਿੱਤਾ, ਠੀਕ, ਅਸੀਂ ਤੇਰੇ ਕਹੇ ਅਨੁਸਾਰ ਕਰਾਂਗੇ। ਪ੍ਰਭੂ ਸਾਡਾ ਇਸ ਦੇ ਲਈ ਗਵਾਹ ਹੈ। ਸੋ ਯਿਫਤਾ ਇਜ਼ਰਾਈਲੀ ਬਜ਼ੁਰਗਾਂ ਦੇ ਨਾਲ ਗਿਆ। ਉਹਨਾਂ ਨੇ ਉਸ ਨੂੰ ਆਪਣਾ ਨਿਆਂ ਪ੍ਰਬੰਧਕ ਬਣਾਇਆ। ਯਿਫਤਾ ਨੇ ਮਿਸਪਾ ਦੀ ਥਾਂ ਤੇ ਪ੍ਰਭੂ ਦੇ ਸਾਹਮਣੇ ਆਪਣੀਆਂ ਸਭ ਸ਼ਰਤਾਂ ਇਜ਼ਰਾਈਲੀਆਂ ਨੂੰ ਦੱਸੀਆਂ। ਇੱਥੇ ਤੱਕ ਪੜ੍ਹਨਾ ਸੀ ਪਾਸਟਰ ਜੀ। ਅਗਲੀ ਆਇਤ ਵੀ ਪੜ੍ਹ ਦਿਓ। ਤਦ ਯਿਫਤਾ ਨੇ ਅਮੋਨੀ ਰਾਜਾ ਕੋਲ ਇਹ ਕਹਿ ਕੇ ਸੰਦੇਸ਼ਵਾਹਕ ਘੱਲੇ, ਤੇਰਾ ਮੇਰੇ ਨਾਲ ਕੀ ਝਗੜਾ ਹੈ ਕਿ ਤੂੰ ਮੇਰੇ ਦੇਸ਼ ਉੱਤੇ ਹੱਲਾ ਕੀਤਾ ਹੈ। ਆਮੇਨ। ਸੋ ਅਸੀਂ ਇਹ ਦੇਖਦੇ ਪਏ ਹਾਂ ਕਿ ਉਸਦੇ ਜਨਮ ਨੂੰ ਲੈ ਕੇ ਉਸਦਿਆਂ ਭਰਾਵਾਂ ਨੇ ਉਸਨੂੰ ਬਾਹਰ ਕੱਢ ਦਿੱਤਾ। ਅਸੀਂ ਇੱਕ ਐਸਾ ਇਨਸਾਨ ਦੇਖਦੇ ਪਏ ਹਾਂ ਕਿ ਪ੍ਰਭੂ ਅਬਰਾਹਮ ਸੀ, ਉਹ ਕਮਜ਼ੋਰ ਸੀ, ਪ੍ਰਭੂ ਨੇ ਉਸਨੂੰ ਚੁਣਿਆ। ਅਬਰਾਹਮ ਦਾ ਪੁੱਤਰ ਇਸਹਾਕ ਕਮਜ਼ੋਰ ਸੀ, ਪ੍ਰਭੂ ਨੇ ਉਸਨੂੰ ਚੁਣਿਆ। ਅੱਗੇ ਅਸੀਂ ਇਹ ਦੇਖ ਸਕਦੇ ਹਾਂ ਕਿ ਜਿਹੜਾ ਕਿ ਉਸ ਤੋਂ ਬਾਅਦ ਪ੍ਰਭੂ ਨੇ ਹਮੇਸ਼ਾ ਕਮਜ਼ੋਰ ਨੂੰ ਚੁਣਿਆ। ਇੱਥੇ ਅਸੀਂ ਇੱਕ ਐਸਾ ਇਨਸਾਨ ਦੇਖਦੇ ਪਏ ਹਾਂ ਜੋ ਆਪਣੇ ਭਰਾਵਾਂ ਤੋਂ ਖਿੱਚ ਚੁੱਕਾ ਹੈ, ਜਿਸਨੇ ਖਿੱਚ ਕੇ ਆਪਣਾ ਰਸਤਾ ਚੁਣਿਆ। ਉਸਨੇ ਕਿਹਾ, ਉਹ ਉੱਥੋਂ ਨੱਠ ਗਿਆ। ਉਸ ਤੋਂ ਬਾਅਦ ਉਹ ਆਪਣੇ ਨਾਲ ਗੁੰਡੇ ਰੱਖਣ ਲੱਗਾ। ਉਹਨਾਂ ਨੇ ਉਸਨੂੰ ਕਿਹਾ ਕਿ ਤੂੰ ਇੱਕ ਵੈਸ਼ਵਾ ਦਾ ਪੁੱਤਰ ਆ, ਅਸੀਂ ਸਾਨੂੰ ਨਹੀਂ ਤੇਰੀ ਲੋੜ। ਉਸਨੇ ਕਿਹਾ ਕਿ ਠੀਕ ਆ, ਜੇ ਮੈਂ ਵੈਸ਼ਵਾ ਦਾ ਪੁੱਤਰ ਹਾਂ ਤੇ ਫਿਰ ਮੈਂ ਗੁੰਡਾ ਆ, ਫਿਰ ਤੁਹਾਨੂੰ ਗੁੰਡਾਗਰੀ ਕਰਕੇ ਦਿਖਾਉਣਾ। ਲੇਕਿਨ ਪ੍ਰਭੂ ਨੇ ਇਜ਼ਰਾਈਲ ਦੇ ਬਜ਼ੁਰਗਾਂ ਨੂੰ ਇਹ ਚੀਜ਼ ਦੱਸੀ ਕਿ ਉਸ ਤੋਂ ਬਗੈਰ ਤੁਸੀਂ ਬਚ ਨਹੀਂ ਸਕਦੇ। ਇੱਕ ਪਾਪੀ ਇਨਸਾਨ, ਇੱਕ ਐਸੀ ਔਰਤ ਦਾ ਬੇਟਾ ਜਿਸ ਨੂੰ ਪ੍ਰਭੂ ਨੇ ਚੁਣਾਵ ਕੀਤਾ। ਬਹੁਤ ਅਜੀਬ ਚੀਜ਼ ਹੈ। ਇਹ ਚੀਜ਼ਾਂ ਦੇਖ ਕੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ, ਕਿਉਂਕਿ
जिसले धर्मां दी गल दे विच आउंदे आ तां ओह जिसले जन्म दीयां गल्लां करदे आ ते ओह किद्दां उच्चे तपस्या कीती उन्हां ने, तपस्या तो बाद उन्हां नूं स्वर्ग तो पत्नी मिली जिहड़ी उत्तों उतरी सी, उस तों ये पैदा होया ते ओह पैदा होया। किसी वचन दे विच आउण तां वचन दे विच असलीयत आ। वचन मैनू दसदा कि तेरे पल्ले कख नहीं बंदिया, तू कमजोर है। जे मैं तेरे नाल हां तां फिर तेरे को मेरी ताकत, मेरी ताकत दे नाल तू सब कुछ करेगा। और इत्थे ओही हो रहा, भरावां नूं मौका मिल गया कि जायदाद चों असीं तैनूं हिस्सा नहीं देना, तैनूं आ नहीं देना, तैनूं आ नहीं देना। प्रभु ने कहा ठीक है, कट दिओ इहनूं। फिर प्रभु ने उसनूं दिखाया कि तू कौन, तू गुंडा है, इस तो इलावा तू कख नहीं। पर जे तू मेरे वल तकेगा तां फिर तू नहीं आई। इस पवित्र पुस्तक दे विच तेरा नाम लिया जाएगा। इस पवित्र पुस्तक दे विच तेरे लिए एक ऐसा स्थान होएगा जिहड़ियां 4 लाइनां नहीं होएगा, तेरा सब कुछ दस्या जाएगा। प्यारे प्रभु दे लिए ये चीज़ां दा सानू हमेशा ध्यान रखना चाहिए। ये चीज़ां आ मेन प्रभु दे वचन दे विच कि कमजोरां दे नाल ओह किद्दां खड़ा हुंदा, जिन्हां नूं ये दुनिया थुक दिंदी है, जिन्हां नूं ये थुक दिंदी है, उन्हां नूं थुक चटण दे विच किद्दां प्रभु मजबूर कर दिंदा। अगर उन्हां दी अख प्रभु दे उत्ते लगी। इस बंदे नूं गुंडे इस करके रखने पाए, अपने बचाव दे लई पाए, क्योंकि जिहड़े भरावां ने इसनूं कढिया इस करके नहीं कढिया कि इत्थों दूर चल जावे, इस करके कढिया कि इहनूं किसी ना किसी तरीके दे नाल मार दित्ता जाए, मार दित्ता जाए। क्योंकि मूसा दे हुक्म दे अनुसार इसनूं जायदाद दे विच बराबर हिस्सा आ। सो इस करके उन्होंने उसनूं यफ्था नूं कढिया कि इत्थों कढिया जाए और इसनूं मार दिता जाए। इस करके उसने वो लोग अपने आले दुआले रखे, अपने बचाव की खातर। पर प्रभु ने बजुर्गों नूं, दुआ करन वालियां नूं ये दिखाता कि तुहाडे बचाव दा कारण यह बंदा, जे ये बंदा आ जाए ते तुहाडा जिहड़ा तुहाडे उत्ते जो अमोनिया दा हमला हुंदा पिया ये तुहानूं बचाएगा, और कोई नहीं तुहानूं बचा सकदा। उसने भी ठीक किया, जे मैं तुहानूं बचाया ते तुहानूं मैनू एक न्यायी दे तौर ते लेना पड़ेगा, इस तो घट मैं नहीं कुछ भी आउंदा। ते उन्होंने क्या श्योर सानू कोई मुसीबत नहीं, तू साडा न्यायी बन के। इस हिस्से ते मैं तुहानूं इत्थों छड्ड दूंगा, मैं गां नहीं बताना। ਉਹਦਾ एक कारण किन्ने साडे विच कमजोरी दे विच बैठे, किन्ने आ जिहड़े प्रभु दे वल तकदे पए, किन्ने आ जिन्हां नूं दुनिया ने थुक दित्ता, किन्ने जिहड़े ये सब कुछ ये सारियां चीज़ां है भी नहीं पर अपने आप नूं कमजोर समझते। मेरे प्यारे भैन ते भराओ, जे ओ प्रभु साडा एक वैश्वा दे पुत्र नूं, जिसनूं उसके पिता ने
कदी पुछया भी नहीं तू कौन आ। जो शुरू तो ही उस परिवार के डंगरां दी ते ओदी मां भांडे मांजण ते रखी गई, और बाप के मरण के पिछों भी उन्होंने दस दिता गया कि तेरा कोई हिस्सा नहीं। जे प्रभु उसनों एडी वड्डी बरकत दे सकदा कि कबीला कबीलियां दे सरदार आके ओदे मोरे सिर झुकाउंदे पए, तो प्रभु तुहाडे लई की कुछ कर सकदा। मेरी दुआ मेरी ਜਿਹੜੀ ਖਾਹਿਸ਼ ਹੈ ਕਿ ਇਹ ਚੀਜ਼ਾਂ ਤੁਹਾਡੇ ਵਿੱਚ ਕਦੀ ਨਾ ਹੋਣ ਜੋ ਉਸ ਨੂੰ ਗੁਜ਼ਰਨਾ ਪਿਆ। ਮੇਰੀ ਦੁਆ ਹੈ ਕਿ ਉਹ ਸਾਰੀਆਂ ਬਰਕਤਾਂ ਤੁਹਾਡੇ ਕੋਲ ਹੋਣ ਜੋ ਮੇਰੇ ਪ੍ਰਭੂ ਨੇ ਇਸ ਨੂੰ ਦਿੱਤੀਆਂ। ਪ੍ਰਭੂ ਭਲਾ ਆ। ਮੈਨੂੰ ਇੰਨਾ ਪਤਾ ਜੇ ਕਿਸੇ ਦੁੱਖ ਦੇ ਵਿੱਚ ਤੁਸੀਂ ਲੰਘਦੇ ਪਏ ਆ ਨਾ, ਤਾਂ ਯਾਦ ਰੱਖੋ ਦੁੱਖ ਬਰਕਤ ਆ। ਉਸ ਦੁੱਖ ਉਹ ਦੁੱਖ ਦੇ ਜੇ ਉਹ ਦੁੱਖ ਨਾ ਹੁੰਦਾ ਤਾਂ ਤੁਸੀਂ ਅੱਜ ਪ੍ਰਭੂ ਦੇ ਕੋਲ ਵੀ ਨਾ ਹੁੰਦੇ। ਜੇ ਉਹ ਦੁੱਖ ਨਾ ਹੁੰਦਾ, ਇਸ ਬੰਦੇ ਦੇ ਕੋਲ ਕਿੱਡਾ ਵੱਡਾ ਦੁੱਖ ਹੈ, ਇੱਕ ਲਾਹਨਤ ਹੈ ਇਹਦੇ ਕੋਲ। ਇਹ ਵੇਸ਼ਵਾ ਦਾ ਪੁੱਤਰ ਕੌਣ ਸਾਡੇ ਵਿੱਚੋਂ ਅਸੀਂ ਇੱਥੇ ਜਿਹੜੇ ਭੈਣ ਭਰਾ ਜੁੜ ਚੁੱਕੇ ਆ, 16-17 ਭੈਣ ਭਰਾ ਜੁੜ ਚੁੱਕੇ ਆ, ਕੌਣ ਮੰਗਦਾ ਕਿ ਮੈਂ ਵੈਸ਼ਵਾ ਦੀ ਧੀ ਹੋਵਾਂ ਤੇ ਵੈਸ਼ਵਾ ਦਾ ਪੁੱਤਰ? ਇੱਕ ਵੀ ਨਹੀਂ, ਇੱਕ ਵੀ ਨਹੀਂ। ਜੇ ਪ੍ਰਭੂ ਉਹਨੂੰ ਬਰਕਤ ਦੇ ਸਕਦਾ ਐਡੀ ਵੱਡੀ, ਤੇ ਉਹ ਜਿਹੜੇ ਆਪਣੀ ਲੀਨੀਏਜ ਗਿਣ ਸਕਦੇ ਆ ਕਿ ਜੀ ਮੈਂ ਇਹਦਾ ਪੁੱਤਰ ਹਾਂ, ਆ ਮੇਰੇ ਬਾਬੇ ਦਾ ਨਾਂ ਸੀ, ਆ ਮੇਰੇ ਪੜਦਾਦੇ ਦਾ ਨਾਂ ਸੀ, ਆ ਮੇਰੇ ਨੱਕੜ ਦਾਦੇ ਦਾ ਨਾਂ ਸੀ, ਆ ਮੇਰੇ ਬਾਪ ਦਾ ਨਾਂ ਆ ਮੈਂ ਆ, ਜਿਹੜੇ ਐਡੀਆਂ ਗੱਲਾਂ ਗਿਣ ਸਕਦੇ ਆ, ਉਹਨਾਂ ਨੂੰ ਉਹ ਇੱਕ ਵੈਸ਼ਵਾ ਦੇ ਪੁੱਤਰ ਦੇ ਮੂਹਰੇ ਜਿਹੜਾ ਉਸ ਸਿੰਘਾਸਨ ਨਿਆਈ ਦੇ ਸਿੰਘਾਸਨ ਤੇ ਉੱਤੇ ਬੈਠਾ, ਉਹਦੇ ਮੂਹਰੇ ਆਪਣਾ ਸਿਰ ਝੁਕਾਉਂਦੇ। ਇਹ ਕੰਮ ਸਿਵਾਏ ਪ੍ਰਭੂ ਤੋਂ ਹੋਰ ਕੁਛ ਨਹੀਂ ਕਰ ਸਕਦਾ, ਕੋਈ ਨਹੀਂ ਕਰ ਸਕਦਾ। ਜੇ ਪ੍ਰਭੂ ਐਡੇ ਵੱਡੇ ਕੰਮ ਇਹਦੇ ਲਈ ਕਰ ਸਕਦਾ, ਤੁਹਾਡੇ ਲਈ ਵੀ ਕਰ ਸਕਦਾ, ਮੇਰੇ ਲਈ ਵੀ ਕਰ ਸਕਦਾ, ਮੇਰੇ ਵਰਗੇ ਪਾਪੀ ਲਈ ਵੀ ਕਰ ਸਕਦਾ, ਮੇਰੇ ਵਰਗੇ ਪਾਪੀ ਲਈ ਵੀ ਕਰ ਸਕਦਾ। ਮੇਰੀ ਦੁਆ ਪ੍ਰਭੂ ਤੁਹਾਡੇ ਵਿੱਚ ਇਸ ਤੋਂ ਵੀ ਵੱਡੇ ਵੱਡੇ ਕੰਮ ਕਰੇ। ਸਾਡਾ ਟਾਈਮ ਹੋ ਗਿਆ, ਆਪ ਦੁਆ ਕਰੀਏ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ 'ਚ। ਮੇਰੇ ਪਿਆਰੇ ਪ੍ਰਭੂ ਤੇਰਾ ਸ਼ੁਕਰ ਕਰਦੇ, ਤੂੰ ਸਾਡਾ ਦਿਆਲੂ ਕਿਰਪਾਲੂ ਪਰਮੇਸ਼ਰ ਜਿਸ ਨੇ ਸਾਨੂੰ ਚੁਣਿਆ। ਮੇਰੇ ਪਿਆਰੇ ਪ੍ਰਭੂ ਅਸੀਂ ਕੌਣ ਆ ਕਿ ਐਂਡਾ ਮਹਾਨ ਪਰਮੇਸ਼ਰ, ਜਿਉਂਦਾ ਪਰਮੇਸ਼ਰ, ਜਿਸ ਦਾ ਵਚਨ ਬੋਲਦਾ, ਜਿਸ ਦੇ ਵਚਨ ਦੇ ਵਿੱਚ ਉਹ ਆਪ ਬੋਲਦਾ, ਉਹ ਸਾਨੂੰ ਮਿਲੇ। ਪਿਆਰੇ ਪ੍ਰਭੂ ਅਸੀਂ ਉਹਨਾਂ ਦੁੱਖਾਂ ਦੇ ਲਈ ਤੇਰਾ ਸ਼ੁਕਰ ਕਰਦੇ ਹਾਂ ਜੋ ਸਾਨੂੰ ਤੇਰੇ ਕੋਲ ਲੈ ਕੇ ਆਏ। ਤੂੰ ਮਹਾਨ ਪਰਮੇਸ਼ਰ, ਤੂੰ ਦਿਆਲੂ, ਤੂੰ ਕਿਰਪਾਲੂ। ਪਿਆਰੇ ਪ੍ਰਭੂ ਮੇਰੇ ਭੈਣ ਭਰਾਵਾਂ ਦੇ ਨਾਲ ਬਣਿਆ, ਬੁਰੇ ਔਰ ਬੁਰਾਈ ਤੋਂ ਇਹਨਾਂ ਨੂੰ ਬਚਾ ਕੇ ਰੱਖ। ਕੱਲ ਤੱਕ ਜਦੋਂ ਅਸੀਂ ਦੁਬਾਰਾ ਮਿਲੀਏ, ਤੇਰੀ ਦਇਆ, ਤੇਰਾ ਪਿਆਰ, ਤੇਰਾ ਰਹਿਮ ਤੇਰੇ ਬੱਚਿਆਂ ਦੇ ਨਾਲ ਬਣਿਆ ਰਹੇ, ਔਰ ਮੇਰੇ ਨਾਲ ਵੀ, ਔਰ ਮੇਰੀ ਸੰਤਾਨ ਤੇ ਵੀ, ਔਰ ਮੇਰਿਆਂ ਦੀ ਸੰਤਾਨ। ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਚ ਮੰਗਦੇ ਸਾਰੇ ਭੈਣ ਭਰਾ ਕਹਿਣ ਆਮੀਨ। ਬਲੈਸ ਯੂ। ਖੁਦਾਵੰਦ ਤੁਹਾਨੂੰ ਬਰਕਤ ਦੇ।
ਕੱਲ ਨੂੰ ਅਸੀਂ ਜਿਸ ਲਈ ਅੱਗੇ ਵਧਾਂਗੇ ਯਫਤਾ ਦੀ ਸਟੋਰੀ ਨੂੰ ਪੜਾਂਗੇ, ਪ੍ਰਭੂ ਨੇ ਕਿਸ ਤਰ੍ਹਾਂ ਆਪਣੇ ਬੰਦੇ ਨੂੰ ਵਰਤ